ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ, ਤਤੈ ਸਾਰ ਨ ਜਾਣੀ। ਤਤੈ ਸਾਰ ਨ ਜਾਣੀ ਗੁਰੂ ਬਾਝੋਂ, ਤਤੈ ਸਾਰ ਨ ਜਾਣੀ। ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ, ਤਤੈ ਸਾਰ ਨ ਜਾਣੀ। ਤਤੈ ਸਾਰ ਨ ਜਾਣੀ ਗੁਰੂ ਬਾਝੋਂ, ਤਤੈ ਸਾਰ ਨ ਜਾਣੀ। ਤੇहि ਗੁਣੀ ਸੰਸਾਰ ਭ੍ਰਮ ਸੁੱਤਾ, ਸੁਤਿਆ ਰਹਿਣ ਵਿਹਾਣੀ। ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨਾ ਹਰ ਮਨ ਵਸਿਆ। ਬੋਲੇ ਅੰਮ੍ਰਿਤ ਬਾਣੀ, ਕਹੈ ਨਾਨਕ ਸੋ ਤਤ ਪਾਏ। ਜਿਸਨੂੰ ਅਨ ਦਿਨ ਹਰਿ ਲਿਵ ਲਾਗੈ, ਜਾਗਤ ਰਹਿਣ ਵਿਹਾਣੀ। ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨਾ ਹਰ ਮਨ ਵਸਿਆ। ਬੋਲੇ ਅੰਮ੍ਰਿਤ ਬਾਣੀ, ਕਹੈ ਨਾਨਕ ਸੋ ਤਤ ਪਾਏ। ਜਿਸਨੂੰ ਅਨ ਦਿਨ ਹਰਿ ਲਿਵ ਲਾਗੈ, ਜਾਗਤ ਰਹਿਣ ਵਿਹਾਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗ ਜੁਗ ਅਟਲ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਔਰ ਪਵਿੱਤਰ ਮੁਬਾਰਕ ਅੰਮ੍ਰਿਤਮਈ ਹਜ਼ੂਰੀ ਵਿਖੇ, ਚਰਨ ਸ਼ਰਨ ਵਿਖੇ ਜੁੜ ਬੈਠੀ ਗੁਰੂ ਰੂਪ ਸਾਧ ਸੰਗਤ, ਗੁਰੂ ਸਾਹਿਬ ਜੀ ਦੀਆਂ ਬੇਅੰਤ ਬਖਸ਼ਿਸ਼ਾਂ ਔਰ ਰਹਿਮਤਾਂ ਹੋਈਆਂ ਹਨ। ਗੁਰੂ ਕੇ ਪਾਵਨ ਪਵਿੱਤਰ ਦਰਬਾਰ ਵਿਖੇ ਨਿਤਾ ਪ੍ਰਤੀ ਦੀ ਤਰ੍ਹਾਂ ਜੁੜ ਮਿਲ ਬੈਠੇ ਹਾਂ ਔਰ ਗੁਰੂ ਬਖਸ਼ੀਆਂ ਇਹਨਾਂ ਘੜੀਆਂ ਨੂੰ ਸਫਲਿਆਂ ਬਣਾਉਂਦੇ ਹੋਏ ਪਾਵਨ ਪਵਿੱਤਰ ਅੰਮ੍ਰਿਤਮਈ ਬਾਣੀ ਦੇ ਸ਼ਬਦ ਕੀਰਤਨ, ਗੁਰੂ ਘਰ ਦੇ ਕੀਰਤਨੀਆਂ ਪਾਸੋਂ ਪਿਆਰ ਸਹਿਤ ਸਤਿਕਾਰ ਸਹਿਤ ਆਪ ਜੀ ਨੇ ਸ਼ਰਵਣ ਕੀਤੇ ਉਪਰੰਤ ਗੁਰਬਾਣੀ ਵਿਚਾਰ ਦੀ ਜੋ ਲੜੀ ਚੱਲ ਰਹੀ ਹੈ, ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਆਨੰਦ ਸਾਹਿਬ ਦੀਆਂ ਅੰਮ੍ਰਿਤਮਈ ਵਿਚਾਰਾਂ ਦੇ ਨਾਲ ਰੋਜ਼ਾਨਾ ਆਪਾਂ ਜੁੜਦੇ ਹਾਂ ਔਰ ਸਤਿਗੁਰੂ ਜੀ ਦੀ ਕਿਰਪਾ ਮਿਹਰ-ਰਹਿਮਤ ਸਦਕਾ ਇਸ ਬਾਣੀ ਦੀਆਂ 26 ਪੌੜੀਆਂ ਤੱਕ ਦੀ ਵਿਚਾਰ ਪਿਛਲਿਆਂ ਦੀਵਾਨਾਂ 'ਚ ਆਪ ਜੀ ਨੇ ਲਗਾਤਾਰ ਸ਼ਰਵਣ ਕੀਤੀ ਹੈ ਔਰ 27 ਨੰਬਰ ਪੌੜੀ ਦਾ ਪਾਠ ਹੁਣੇ ਪਿਆਰ ਸਹਿਤ ਸ਼ਰਵਣ ਕੀਤਾ ਹੈ। ਇਸ ਬਾਣੀ 'ਚ ਸਤਿਗੁਰੂ ਜੀ, ਜਿਵੇਂ ਬਾਣੀ ਦੇ ਨਾਮ ਤੋਂ ਹੀ ਪਤਾ ਲੱਗਦਾ ਹੈ, ਆਨੰਦ ਦੀ ਵਿਚਾਰ ਬਖਸ਼ ਰਹੇ ਹਨ। ਕਿਵੇਂ ਅਸੀਂ ਆਨੰਦ ਤੱਕ ਪਹੁੰਚ ਸਕਦੇ ਹਾਂ ਔਰ ਵੱਖ-ਵੱਖ ਪਹਿਲੂਆਂ ਦੀ ਗੱਲ ਸਤਿਗੁਰੂ ਨੇ ਕੀਤੀ ਹੈ। ਅੱਜ ਦੀ ਇਸ ਪੌੜੀ ਅੰਦਰ ਮਹਾਰਾਜ ਸਿਮਰਤੀਆਂ ਸ਼ਾਸਤਰਾਂ ਦੀ ਗੱਲ ਕਰਦੇ ਨੇ, ਪੁੰਨ ਪਾਪ ਦੀ ਗੱਲ ਕਰਦੇ ਹਨ, ਤਤ ਸਾਰ ਦੀ ਗੱਲ
ਔਰ ਤੱਤ ਨੂੰ ਕਿੱਦਾਂ ਸਮਝ ਸਕਦੇ ਹਾਂ, ਉਹ ਸਮਝ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਬਖਸ਼ਿਸ਼ ਕੀਤੀ ਹੈ। ਕਿਉਂਕਿ ਧੰਨ ਗੁਰੂ ਅਮਰਦਾਸ ਸਾਹਿਬ ਜੀ ਦਾ ਜਦੋਂ ਆਪਾਂ ਗੁਰੂ ਦਰਬਾਰ ਗੁਰੂ ਘਰ ਆਉਣ ਤੋਂ ਪਹਿਲਾਂ ਦਾ ਜੀਵਨ ਵੇਖੀਏ ਨਾ, ਤੇ ਕਰੀਬਨ 62 ਸਾਲ ਦੀ ਉਮਰ ਤੱਕ ਗੁਰੂ ਪਿਤਾ ਜੀ ਸਨਾਤਨ ਮਤ ਦੇ ਜੋ ਰੀਤੀ ਰਿਵਾਜ ਸਨ ਉਹਨਾਂ ਨੂੰ ਮਹਾਰਾਜ ਜੀ ਨੇ ਨਿਭਾਇਆ ਹੈ, ਔਰ ਗੰਗਾ ਦੀ ਯਾਤਰਾ ਵੀ ਕੀਤੀ ਹੈ। ਹੋਰ ਵੀ ਜਿੰਨੇ ਕਰਮ ਸਨ ਉਹ ਸਾਰੇ ਉਹਨਾਂ ਨੇ ਸਮੇਂ-ਸਮੇਂ 'ਤੇ ਕੀਤੇ ਹਨ। ਜੋ ਸਿਮਰਤੀਆਂ ਸ਼ਾਸਤਰਾਂ ਜਾਂ ਸਨਾਤਨ ਮਤ ਦੇ ਜੋ ਧਰਮ ਗੁਰੂ, ਧਾਰਮਿਕ ਆਗੂ, ਪੰਡਤ ਲੋਕ ਜਿੱਦਾਂ ਦੀ ਅਗਵਾਈ ਦਿੰਦੇ ਸਨ, ਉਹਦੇ ਮੁਤਾਬਕ ਉਹਨਾਂ ਨੇ ਕਰਮ ਕੀਤੇ। ਔਰ ਗੁਰੂ ਬਣਨ ਤੋਂ ਬਾਅਦ ਵੀ ਕਈ ਪੰਡਤ ਲੋਕ ਸਤਿਗੁਰਾਂ ਦੇ ਕੋਲ ਪਹੁੰਚਦੇ ਸਨ। ਖਾਸ ਤੌਰ 'ਤੇ ਪੰਡਤ ਬੇਣੀ ਦਾ ਵੀ ਜ਼ਿਕਰ ਆਉਂਦਾ ਹੈ, ਜਿਹੜਾ ਬੜਾ ਵਿਦਵਾਨ ਪੰਡਤ ਸੀ, ਪਰ ਮਨ 'ਚ ਆਪਣੀ ਵਿਦਵਤਾ ਦਾ ਹੰਕਾਰ, ਤੇ ਇਹ ਚਾਹੁੰਦਾ ਸੀ ਕਿ ਮੇਰੀ ਇੱਦਾਂ ਦੀ ਵਡਿਆਈ ਪ੍ਰਚਲਿਤ ਹੋਵੇ ਕਿ ਬਸ ਮੈਂ ਹੀ ਦੁਨੀਆ ਦਾ ਸਿਰਮੌਰ ਵਿਦਵਾਨ ਹਾਂ। ਕਈਆਂ ਪੰਡਤਾਂ ਵਿਦਵਾਨਾਂ ਮੰਨਿਆ ਪਰਮੰਨਿਆ ਵਿਦਵਾਨਾਂ ਨੂੰ ਉਹਨੇ ਵਿਚਾਰ ਚਰਚਾ 'ਚ ਹਰਾਇਆ ਸੀ। ਔਰ ਗੁਰੂ ਅਮਰਦਾਸ ਮਹਾਰਾਜ ਜੀ ਦੇ ਕੋਲ ਵੀ ਇਸ ਭਾਵਨਾ ਦੇ ਨਾਲ ਆਇਆ ਕਿ ਇਹਨਾਂ ਦੀ ਬੜੀ ਪ੍ਰਭਤਾ ਹੈ, ਕਿਉਂਕਿ ਗੁਰੂ ਨਾਨਕ ਦੀ ਗੱਦੀ ਦੇ ਮਾਲਕ ਨੇ, ਔਰ ਪ੍ਰਗਟ ਭਈ ਸਗਲੇ ਯੁਗ ਅੰਤਰ ਗੁਰੂ ਨਾਨਕ ਕੀ ਵਡਿਆਈ। ਸਾਰੇ ਪਾਸੇ ਗੁਰੂ ਨਾਨਕ ਜੀ ਦੇ ਘਰ ਦੀ ਮਹਿਮਾ ਹੈ, ਗੁਰੂ ਅਮਰਦਾਸ ਸਾਹਿਬ ਦੀ ਵਡਿਆਈ ਹੈ, ਤੇ ਜੇ ਕਿਧਰੇ ਮੈਂ ਇਹਨਾਂ ਨੂੰ ਹਰਾ ਦਿੱਤਾ ਨਾ, ਤੇ ਫਿਰ ਮੇਰਾ ਨਾਮਣਾ ਬੜਾ ਉੱਚਾ ਬਣੇਗਾ, ਫਿਰ ਮੇਰੀ ਵਡਿਆਈ ਬੜੀ ਉੱਚੀ ਬਣੇਗੀ ਕਿ ਗੁਰੂ ਅਮਰਦਾਸ ਨੂੰ ਹਰਾ ਦਿੱਤਾ ਹੈ, ਜਿਹੜੇ ਗੁਰੂ ਨਾਨਕ ਦੀ ਗੱਦੀ ਦੇ ਮਾਲਕ ਹਨ। ਮਨ 'ਚ ਇਹ ਇੱਕ ਸੋਚ ਲੈ ਕੇ ਜਦੋਂ ਸਤਿਗੁਰਾਂ ਦੇ ਕੋਲ ਆਇਆ, ਵਿਚਾਰ ਚਰਚਾ ਹੋਈ, ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਕੋਲ ਇਹਦੀ ਤਰ੍ਹਾਂ ਕੋਈ ਬਾਹਰ ਦਾ ਦੁਨਿਆਵੀ ਸੰਸਾਰੀ ਕੋਈ ਇੱਧਰੋਂ ਉੱਧਰੋਂ ਸਿੱਖਿਆ ਅੱਖਰੀ ਗਿਆਨ ਨਹੀਂ ਸੀ। ਉਹਨਾਂ ਦੇ ਪਾਸ ਤਾਂ ਗੁਰੂ ਗਿਆਨ ਸੀ ਜਾਂ ਅਨੁਭਵੀ ਗਿਆਨ ਸੀ। ਉਹ ਗਿਆਨ ਜਿਹੜਾ ਪਰਮੇਸ਼ਰ ਦੇ ਘਰ ਤੋਂ ਆਇਆ ਹੋਇਆ ਗਿਆਨ ਹੈ, ਉਸ ਗਿਆਨ ਦੀਆਂ ਵਿਚਾਰਾਂ ਗੁਰੂ ਅਮਰਦਾਸ ਮਹਾਰਾਜ ਨੇ ਜਦੋਂ ਇਹਦੇ ਸਾਹਮਣੇ ਰੱਖੀਆਂ, ਤੇ ਪੰਡਤ ਬੇਣੀ ਨੂੰ ਆਪਣੇ ਆਪ ਅਹਿਸਾਸ ਹੋ ਗਿਆ ਕਿ ਜਿਹੜਾ ਮੇਰੇ ਕੋਲ ਗਿਆਨ ਹੈ ਉਹ ਸ਼ੋਸ਼ਾ ਗਿਆਨ ਹੈ, ਉਹ ਹੋਸ਼ਾ ਗਿਆਨ ਹੈ। ਜਿਹੜਾ ਇਹਨਾਂ ਦੇ ਕੋਲ ਗਿਆਨ ਹੈ ਉਹ ਸੱਚਾ ਗਿਆਨ ਹੈ, ਅੰਦਰ ਨੂੰ ਸਕੂਨ ਆਨੰਦ ਤੱਕ ਖੜਨ ਵਾਲਾ ਗਿਆਨ। ਮੇਰਾ ਗਿਆਨ ਹੰਕਾਰ ਤੇ ਟਿਕਿਆ ਹੋਇਆ ਗਿਆਨ ਤੇ ਹੰਕਾਰ ਵਧਾਉਣ ਵਾਲਾ ਗਿਆਨ ਹੈ। ਇਹਨਾਂ ਦਾ ਗਿਆਨ ਮਨੁੱਖਤਾ ਦਾ ਭਲਾ ਕਰਨ ਵਾਲਾ ਗਿਆਨ, ਨਿਮਰਤਾ ਵਾਲਾ। ਮੈਂ ਆਪਣੇ ਗਿਆਨ ਦੇ ਸਹਾਰੇ ਦੂਜਿਆਂ ਨੂੰ ਨੀਵਾਂ ਵਿਖਾਉਣਾ ਚਾਹੁੰਦਾ ਹਾਂ, ਇਹ ਆਪਣੇ ਗਿਆਨ ਦੇ ਸਹਾਰੇ ਮਨੁੱਖਤਾ ਨੂੰ ਉੱਚਾ ਚੁੱਕਣਾ ਚਾਹੁੰਦੇ ਨੇ। ਬੜਾ ਫਰਕ ਹੈ। ਖੈਰ, ਉਹਦੇ ਨਾਲ ਵੀ ਗੁਰੂ ਸਾਹਿਬ ਦੀਆਂ ਵਿਚਾਰਾਂ ਹੋਈਆਂ, ਹੋਰ ਵੀ ਕਈ ਪੰਡਤ ਲੋਕ ਆਉਂਦੇ, ਵਿਚਾਰਾਂ ਹੁੰਦੀਆਂ, ਤੇ ਖਾਸ ਤੌਰ 'ਤੇ ਇੱਕ ਵਿਚਾਰ ਜਿਹੜੀ ਅਕਸਰ ਹੁੰਦੀ ਜੀ, ਵੇਖੋ ਕਿੰਨੇ ਗ੍ਰੰਥ ਤੇ ਪਹਿਲਾਂ ਮੌਜੂਦ ਹਨ, ਕਿੰਨੇ ਤਰ੍ਹਾਂ ਦੇ ਉਪਦੇਸ਼ ਤੇ ਮੌਜੂਦ ਹਨ, ਫਿਰ ਆ ਵੱਖਰੀ ਗੁਰੂ ਵਿਚਾਰ ਦੀ ਕੀ ਲੋੜ ਹੈ, ਗੁਰੂ ਦੀ ਕੀ ਲੋੜ ਹੈ, ਜਦੋਂ ਪਹਿਲਾਂ ਹੀ ਤੇ ਇੰਨਾ ਕੁਝ ਮੌਜੂਦ ਹੈ। ਤੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਇੱਕ ਜਗ੍ਹਾ ਹੋਰ ਵੀ ਇਹਦਾ ਉੱਤਰ ਦਿੰਦਿਆਂ ਬਚਨ ਕਹੇ ਨੇ। ਉਹ ਕਹਿੰਦੇ, ਜੈਸੇ ਧਰਤੀ ਉੱਪਰ ਮੇਘੁਲਾ ਬਰਸਤ ਹੈ, ਕਿਆ ਧਰਤੀ ਮੱਧੇ ਪਾਣੀ ਨਾਹੀਂ। ਮਹਾਰਾਜ ਕਹਿੰਦੇ, ਵੇਖੋ ਜ਼ਿਮੀਦਾਰ, ਤੁਸੀਂ ਕਹਿ ਰਹੇ ਹੋ ਕਿੰਨਾ ਕੁਝ ਹੈ, ਫਿਰ ਇਸ ਗਿਆਨ ਦੀ ਕੀ ਲੋੜ ਹੈ ਜਿਹੜਾ ਗਿਆਨ ਤੁਸੀਂ ਵੰਡ ਰਹੇ ਹੋ, ਵਰਤਾ ਰਹੇ ਹੋ। ਮਹਾਰਾਜ ਕਹਿੰਦੇ, ਵੇਖੋ ਇੱਕ ਜ਼ਿਮੀਦਾਰ ਹੈ, ਉਹਨੇ ਫਸਲ ਬੀਜਣੀ ਹੈ, ਜਾਂ ਇੱਦਾਂ ਕਹਿ ਲਈਏ ਫਸਲ ਬੀਜੀ ਹੈ।
ਹੁਣ ਉਦੋਂ ਬਾਅਦ ਜ਼ਿਮੀਂਦਾਰ ਦਾ ਧਿਆਨ ਕਿੱਥੇ ਹੁੰਦਾ ਹੈ ਕਿ ਬੱਦਲ ਆਉਣ, ਮੀਂਹ ਪਵੇ ਤੇ ਮੇਰੀ ਬੀਜੀ ਹੋਈ ਫਸਲ ਉੱਗੇ ਜਾਂ ਉੱਗੀ ਹੋਈ ਫਸਲ ਹਰੀ ਭਰੀ ਹੋਵੇ, ਜ਼ਮੀਨ ਤੇ ਧਰਤੀ ਤੇ ਪਾਣੀ ਬਰਸੇ। ਮਹਾਰਾਜ ਕਹਿਣ ਲੱਗੇ ਦੱਸੋ ਕਿ ਜ਼ਮੀਨ 'ਚ ਪਾਣੀ ਮੌਜੂਦ ਨਹੀਂ ਹੈ, ਕਿਉਂ ਜ਼ਿਮੀਂਦਾਰ ਨੂੰ ਉਸ ਵੱਖਰੇ ਪਾਣੀ ਦੀ ਆਸ ਕਰਨੀ ਪੈਂਦੀ ਹੈ? ਕਿਉਂ ਆਸ ਕਰਨੀ ਪੈਂਦੀ ਹੈ? जैसे धरती ऊपर मेघुला बरसत है, क्या धरती मध्य पानी ना ही? धरती पानी बड़ा भावें अज दे समय च वेखो धरती दे पानी नूं कड्ढण दे लई भी आपां किन्ने तरह दे साधन आ चुके हैं, पर फिर भी बरसात दी आस रखनी पैंदी है। जो बरसात दे पानी दे नाल हुंदा है वो केवल धरती दे पानी दे नाल थल्लियों बाहर कड्ढे पानी दे नाल गल नहीं बनदी। ईवन वो ਹੁਣ ਆਪਾਂ ਜਾਣਦੇ ਹੀ ਹਾਂ ਇਹ ਸਮੱਸਿਆ ਖਾਸ ਤੌਰ 'ਤੇ ਸਾਡੇ ਪੰਜਾਬ ਅੰਦਰ ਕਿੰਨੀ ਵੱਧ ਚੁੱਕੀ ਹੈ ਕਿ ਧਰਤੀ ਦੇ ਪਾਣੀ ਨੂੰ ਬਾਹਰ ਕੱਢ ਕੱਢ ਕੇ ਵਰਤਿਆ ਜਾ ਰਿਹਾ ਹੈ ਤੇ ਬਹੁਤ ਜ਼ਿਆਦਾ ਵਰਤਿਆ ਜਾ ਰਿਹਾ ਹੈ ਤੇ ਉਹਦੀ ਸਾਂਭ ਸੰਭਾਲ ਪ੍ਰੋਪਰ ਤਰੀਕੇ ਦੇ ਨਾਲ ਉਹ, ਕਿਉਂਕਿ ਪਾਣੀ ਕਿੰਨਾ ਵੇਸਟ ਜਾਂਦਾ ਹੈ ਤੇ ਉਹ ਲਗਾਤਾਰ ਇਸ ਪੱਖ ਦੀ ਚਿੰਤਾ ਹੁਣ ਹੋਣੀ ਸ਼ੁਰੂ ਹੋ ਗਈ ਹੈ। ਜੇ ਇਸੇ ਤਰ੍ਹਾਂ ਉਹ ਪਾਣੀ ਬਾਹਰ ਕੱਢ ਕੱਢ ਕੇ ਬਰਬਾਦ ਕਰਦੇ ਰਹੇ ਤੇ ਇੱਕ ਸਮਾਂ ਐਸਾ ਆਏਗਾ ਪੰਜਾਬ ਵੀ ਮਾਰੂਥਲ ਰਾਜਸਥਾਨ ਵਰਗਾ ਬਣ ਸਕਦਾ ਹੈ। ਸੋ ਉਹ ਬਰਸਾਤ ਦੇ ਪਾਣੀ ਦੀ ਆਪਣੀ ਇੱਕ ਜ਼ਰੂਰਤ ਹੈ, ਭਾਵੇਂ ਜਿੰਨਾ ਮਰਜ਼ੀ ਧਰਤੀ ਦੇ ਥੱਲੇ ਪਾਣੀ ਮੌਜੂਦ ਹੈ। ਮਹਾਰਾਜ ਕਹਿਣ ਲੱਗੇ ਜਿੰਨੇ ਮਰਜ਼ੀ ਸਿਮਰਤੀਆਂ ਸ਼ਾਸਤਰ ਮੌਜੂਦ ਹਨ, ਪਰ ਗੁਰੂ ਦੇ ਗਿਆਨ ਦੀ ਜ਼ਰੂਰਤ ਹੈ ਜੇ ਤਤ ਤੱਕ ਪਹੁੰਚਣਾ ਹੈ। ਜੇ ਜੀਵਨ ਅੰਦਰ ਸਦੀਵੀ ਰੌਣਕ ਬਣਾਉਣੀ ਹੈ, ਹਰਿਆਵਲ ਬਣਾਉਣੀ ਹੈ, ਜੀਵਨ ਨੂੰ ਸਫਲ ਬਣਾਉਣਾ ਹੈ, ਫਿਰ ਗੁਰੂ ਗਿਆਨ ਤੋਂ ਬਿਨਾਂ ਗੱਲ ਨਹੀਂ ਬਣ ਸਕਦੀ ਹੈ। ਗੁਰੂ ਦੇ ਉਪਦੇਸ਼ ਤੋਂ ਬਿਨਾਂ ਗੱਲ ਨਹੀਂ ਬਣ ਸਕਦੀ ਹੈ। ਗੁਰ ਪੂਰੇ ਤਤ ਇਹ ਬੁਝਾਇਆ, ਪ੍ਰਭ ਆਪਣਾ ਨਾਨਕ ਜਨ ਧਿਆਇਆ। ਇਹ ਜਿਹੜਾ ਤਤ ਹੈ ਇਹ ਗੁਰੂ ਬਖਸ਼ਦਾ ਹੈ। ਹਜੂਰ ਕਹਿੰਦੇ ਜੈਸੇ ਧਰਤੀ ਉੱਪਰ ਮੇਘੁਲਾ ਬਰਸਤ ਹੈ, क्या धरती मध्य पानी नाहे? जैसे धरती मध्य पानी प्रगासिया बिन पग्गा वरसत फिराही। बेशक धरती दे थले पानी मौजूद है, फिर भी बरसात दे पानी की लोड़ पैंदी है। धन गुरु अमरदास महाराज इस पौड़ी दे राही दस रहे ने कि ठीक है सिमरतियां शास्त्र होर धर्म ग्रंथ मौजूद हैं, ਉਹਨਾਂ ਤੋਂ ਵੀ ਸੰਸਾਰ ਸਿੱਖਦਾ ਹੈ, ਬਹੁਤ ਕੁਝ ਸਿੱਖਣ ਦੇ ਲਈ ਮਿਲਦਾ ਹੈ, ਪਰ ਜਿਹੜੀ ਸਿੱਖਿਆ ਪੂਰਾ ਗੁਰੂ ਬਖਸ਼ਦਾ ਹੈ ਉਹ ਸਿੱਖਿਆ ਉੱਤਮ ਸਿਰਮੌਰ ਸਿੱਖਿਆ ਹੈ। ਮਹਾਰਾਜ ਕਹਿੰਦੇ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤਤੈ ਸਾਰ ਨਾ ਜਾਣੀ। ਕਿਸੇ ਨੇ ਕੀ ਪੁੰਨ ਹੈ ਕੀ ਪਾਪ ਹੈ, ਕਿਹੜਾ ਕਰਮ ਚੰਗਾ ਹੈ ਕਿਹੜਾ ਕਰਮ ਮੰਦਾ ਹੈ, ਇਸ ਪੱਧਰ ਦੀ ਨੌਲੇਜ ਲੈਣੀ ਹੈ। ਉਹ ਸਿਮਰਤੀਆਂ ਪੜ੍ਹੇ, ਸ਼ਾਸਤਰ ਪੜ੍ਹੇ, ਪਤਾ ਲੱਗਦਾ ਹੈ ਕਿ ਕਿਹੜੇ ਕਰਮ ਪਾਪ ਨੇ ਕਿਹੜੇ ਕਰਮ ਪੁੰਨ ਹਨ। ਕਰਮਾਂ ਦੇ ਪ੍ਰਤੀ ਸੁਚੇਤਤਾ ਦਾ ਅਹਿਸਾਸ ਹੁੰਦਾ ਹੈ, ਕਰਮਾਂ ਦੇ ਪ੍ਰਤੀ ਗਿਆਨ ਮਿਲਦਾ ਹੈ ਕਿ ਕਿਹੜੇ ਕਰਮ ਸਾਨੂੰ ਕਰਨੇ ਚਾਹੀਦੇ ਨੇ ਕਿਹੜੇ ਕਰਮ ਨਹੀਂ ਕਰਨੇ ਚਾਹੀਦੇ ਹਨ। ਪਰ ਧਰਮ ਦੇ ਦੋ ਪੱਖ ਹਨ। ਕਈ ਲੋਕ ਕਹਿ ਦਿੰਦੇ ਜੀ ਬਸ ਬੰਦਾ ਚੰਗੇ ਕੰਮ ਕਰੇ ਇਹੀ ਧਰਮ ਹੈ ਜੀ, ਇਦੋਂ ਅੱਗੇ ਹੋਰ ਕੀ ਲੈਣਾ। ਮਹਾਰਾਜ ਕਹਿੰਦੇ ਨਹੀਂ, ਚੰਗੇ ਕਰਮ ਆਪਣੀ ਥਾਂ ਤੇ ਹੈ, ਪਰ ਨਾਲ ਦੀ ਨਾਲ ਪਰਮੇਸ਼ਰ ਦਾ ਨਾਮ ਧਿਆਉਣਾ ਹੀ ਧਰਮ ਹੈ। ਦੋਵੇਂ ਪੱਖ ਨਾਲ ਹੋਣ ਤਾਂ ਫਿਰ ਗੱਲ ਬਣਦੀ ਹੈ। ਇਕੱਲੇ ਚੰਗੇ ਕਰਮਾਂ ਦੀ ਗੱਲ ਕਰਨ ਵਾਲਾ ਬੰਦਾ ਜੇ ਨਾਲ ਵਾਹਿਗੁਰੂ ਦੇ ਨਾਮ ਦਾ ਸਹਾਰਾ ਨਹੀਂ ਹੈ ਤੇ ਕਿਸੇ ਵੀ ਜਗ੍ਹਾ ਤੇ ਭਟਕ ਸਕਦਾ ਹੈ। ਕਰਮ ਕਰਦਿਆਂ ਮਨ 'ਚ ਬੇਈਮਾਨੀ ਖੋਟ ਆ ਸਕਦੀ, ਹੰਕਾਰ ਆ ਸਕਦਾ ਹੈ, ਤੇ ਉਸ ਖੋਟ ਤੇ ਉਸ ਹੰਕਾਰ ਤੋਂ ਬਚਾਉਂਦਾ ਹੈ ਗੁਰੂ ਗਿਆਨ ਤੇ ਵਾਹਿਗੁਰੂ ਦਾ ਨਾਮ। ਇਸ ਕਰਕੇ ਮਹਾਰਾਜ ਨੇ ਜਿਹੜੀ ਧਰਮ ਦੀ ਪਰਿਭਾਸ਼ਾ ਦਿੱਤੀ, ਪਾਤਸ਼ਾਹ ਕਹਿੰਦੇ ਸਗਲ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਵਾਹਿਗੁਰੂ ਦਾ ਨਾਮ ਜਪਣਾ, ਚੰਗੇ ਕਰਮ ਕਮਾਉਣੇ। ਗੁਰੂ ਅਮਰਦਾਸ ਸਾਹਿਬ ਕਹਿੰਦੇ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ। ਸਿਮਰਤੀਆਂ ਸ਼ਾਸਤਰਾਂ ਅੰਦਰ ਕੀ ਪੁੰਨ ਹੈ ਕੀ ਪਾਪ ਹੈ ਇਹਦੇ ਬਾਰੇ ਪਤਾ ਲੱਗਦਾ ਹੈ, ਪਰ ਤਤੈ ਸਾਰ ਨਾ ਜਾਣੀ। ਉਹ ਤੱਤ ਨੂੰ ਜੇ ਪਰਮੇਸ਼ਰ ਨੂੰ ਸਮਝਣਾ, ਉਹਦੇ ਤੱਕ ਪਹੁੰਚਣਾ ਹੈ, ਫਿਰ ਕੱਲੀਆਂ ਸਿਮਰਤੀਆਂ ਸ਼ਾਸਤਰਾਂ ਦੇ ਨਾਲ ਗੱਲ ਨਹੀਂ ਬਣ ਸਕਦੀ। ਹੁਣ ਇਹਦਾ ਇਹ ਮਤਲਬ ਮਤ ਸਮਝਣਾ ਕਿ ਸ਼ਾਇਦ ਸਤਿਗੁਰੂ
ਕੋਈ ਇਹਦੇ 'ਚ ਸਿਮਰਤੀਆਂ ਤੇ ਸ਼ਾਸਤਰਾਂ ਨੂੰ ਨਿੰਦਦੇ ਪਏ ਹਨ। ਜਿਵੇਂ ਸਧਾਰਨ ਵੇਖੋ, ਕਿਸੇ ਨੇ ਮੈਥ ਬਾਰੇ ਕੁਝ ਜਾਣਨਾ ਹੈ, ਉਹ ਮੈਥ ਦੀ ਕਿਤਾਬ ਪੜ੍ਹੇਗਾ, ਜਾਣ ਸਕਦਾ। ਕੋਈ ਪੰਜਾਬੀ ਦੀ ਕਿਤਾਬ ਖੋਲ੍ਹ ਕੇ ਮੈਥ ਦੇ ਸਵਾਲਾਂ ਬਾਰੇ ਜਾਣਨਾ ਚਾਹਵੇ, ਉਹ ਨਹੀਂ ਪਤਾ, ਉਹਨੂੰ ਫਿਰ ਮੈਥ ਪੜ੍ਹਨਾ ਪਵੇਗਾ। ਪੰਜਾਬੀ ਬਾਰੇ ਜਾਣਨਾ, ਉਹ ਕਿਤਾਬ ਪੜ੍ਹਨੀ ਪਵੇਗੀ। ਹਿਸਟਰੀ ਬਾਰੇ ਜਾਣਨਾ ਹੈ, ਉਹ ਇਤਿਹਾਸ ਦੀ ਕਿਤਾਬ ਪੜ੍ਹਨੀ ਪਵੇਗੀ, ਫਿਰ ਇਤਿਹਾਸ ਬਾਰੇ ਪਤਾ ਲੱਗ ਸਕਦਾ ਹੈ। ਇਸੇ ਤਰ੍ਹਾਂ ਹਰ ਗ੍ਰੰਥ ਪੁਸਤਕ ਦਾ ਆਪਣਾ ਇੱਕ ਟੌਪਿਕ ਹੈ, ਉਹਦੇ ਬਾਰੇ ਜਾਣਨਾ ਹੈ, ਉਸ ਕਿਤਾਬ ਨੂੰ ਪੜ੍ਹੋ ਜਿਸ ਟੌਪਿਕ ਤੇ ਉਹ ਵਿਸ਼ੇ ਤੇ ਕਿਤਾਬ ਹੈ। ਪਰ ਜੇ ਦੂਜੇ ਸਬਜੈਕਟ ਨੂੰ ਜਾਣਨਾ ਹੈ ਤੇ ਫਿਰ ਕਿਸੇ ਹੋਰ ਸਬਜੈਕਟ ਦੀ ਕਿਤਾਬ ਪੜ੍ਹ ਕੇ ਉਹਦੇ ਬਾਰੇ ਪਤਾ ਨਹੀਂ ਲੱਗ ਸਕਦਾ। ਜੇ ਤੱਤ ਪਰਮੇਸ਼ਰ ਨੂੰ ਜਾਣਨਾ ਹੈ, ਪਰਮੇਸ਼ਰ ਤੱਕ ਪਹੁੰਚਣਾ ਹੈ, ਉਹਦੇ ਲਈ ਫਿਰ ਮਹਾਰਾਜ ਕਹਿੰਦੇ ਕੱਲੇ ਸਿਮਰਤੀਆਂ ਸ਼ਾਸਤਰਾਂ ਦੇ ਨਾਲ ਗੱਲ ਨਹੀਂ ਜੇ ਬਣ ਸਕਦੀ। ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਢੰਡੋਲ, ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ। ਪਾਤਸ਼ਾਹ ਜੀ ਕਹਿੰਦੇ ਤਤੈ ਸਾਰ ਨਾ ਜਾਣੀ ਗੁਰੂ ਬਾਝੋਂ, ਤਤੈ ਸਾਰ ਨਾ ਜਾਣੀ। ਗੁਰੂ ਤੋਂ ਬਿਨਾਂ ਤਤ ਸਾਰ ਤੱਕ ਬੰਦਾ ਪਹੁੰਚ ਨਹੀਂ ਸਕਦਾ। ਕਥਾ ਕਹਾਣੀ ਬੇਦੀ ਆਣੀ, ਪਾਪ ਪੁੰਨ ਵਿਚਾਰ, ਦੇ ਦੇ ਲੈਣਾ ਲੈ ਲੈ ਦੇਣਾ, ਨਰਕ ਸੁਰਗ ਅਵਤਾਰ। ਇਹ ਪਾਪ ਪੁੰਨ ਦੀ ਵਿਚਾਰ ਉਹਨਾਂ ਗ੍ਰੰਥਾਂ ਤੋਂ ਮਿਲਦੀ ਹੈ। ਤੱਤ ਦਾ ਜਿਹੜਾ ਗਿਆਨ ਹੈ ਨਾ, ਉਹ ਪੂਰਾ ਗੁਰੂ ਬਖਸ਼ਿਸ਼ ਕਰਦਾ ਹੈ। ਤੱਤ ਦੀ ਸਮਝ ਪੂਰੇ ਗੁਰੂ ਕੋਲੋਂ ਮਿਲਦੀ ਹੈ। ਤੇ ਹੁਣ ਕੀ ਹੈ, ਸੰਸਾਰ ਗੁਰੂ ਤੋਂ ਟੁੱਟਿਆ ਹੈ, ਤੇ ਗੁਰੂ ਤੋਂ ਟੁੱਟਣ ਕਰਕੇ ਮਹਾਰਾਜ ਕਹਿੰਦੇ ਹਾਲਤ ਕੀ ਬਣੀ ਪਈ ਹੈ। ਤਿਹੀ ਗੁਣੀ ਸੰਸਾਰ ਭ੍ਰਮ ਸੁੱਤਾ, ਸੁੱਤਿਆਂ ਰਹਿਣ ਵਿਹਾਣੀ। ਮਾਇਆ ਨੇ ਆਪਣੇ ਤਿੰਨ ਸੁਭਾਵਾਂ ਦੇ ਰਾਹੀਂ, ਤਿੰਨ ਗੁਣਾਂ, ਤਿੰਨ ਰੂਪਾਂ ਦੇ ਰਾਹੀਂ ਸੰਸਾਰ ਦੇ ਜੀਵਾਂ ਤੇ ਆਪਣਾ ਪ੍ਰਭਾਵ ਪਾਇਆ ਹੈ। ਤਾਮਸੀ ਬਿਰਤੀ ਹੈ, ਰਾਜਸੀ ਬਿਰਤੀ ਹੈ, ਸ਼ਾਂਤ ਕੀ ਬਿਰਤੀ। ਵੱਖਰੇ ਵੱਖਰੇ ਰੂਪਾਂ 'ਚ ਮਾਇਆ ਨੇ ਜੀਵਾਂ ਨੂੰ ਭਰਮਾਇਆ ਪਿਆ ਹੈ। ਇਹਨੂੰ ਮਹਾਰਾਜ ਧੰਨ ਗੁਰੂ ਅਰਜਨ ਦੇਵ ਜੀ ਦੇ ਆਪਾਂ ਬਚਨ ਪੜ੍ਹਦੇ ਹਾਂ, ਤਿਹੱਟੜੇ ਬਾਜ਼ਾਰ ਸੌਦਾ ਕਰਨ ਵਣਜ਼ਾਰਿਆ। ਮਹਾਰਾਜ ਕਹਿੰਦੇ ਸੰਸਾਰ ਕੀ ਹੈ, ਤਿਹੱਟੜਾ ਬਾਜ਼ਾਰ, ਜਿੱਥੇ ਮਾਇਆ ਦੇ ਤਿੰਨ ਗੁਣਾਂ ਦਾ ਬੜਾ ਪ੍ਰਬਲ ਪ੍ਰਭਾਵ ਹੈ। ਤੇ ਬਹੁਤੇ ਜੀਵ ਬਸ ਮਾਇਆ ਦੇ ਵਪਾਰੀ ਬਣ ਕੇ ਤੇ ਇਸੇ ਦੇ ਵਿੱਚ ਹੀ ਉਲਝੇ ਰਹਿੰਦੇ ਨੇ। ਸੱਚ ਵਖਰ ਜਿਨੀ ਲੱਦਿਆ, ਸੇ ਸੱਚੜੇ ਭਾਸਾਰ। ਇਹਦੇ 'ਚ ਰਹਿੰਦਿਆਂ ਜਿਨ੍ਹਾਂ ਸੱਚ ਵਖਰ ਨੂੰ ਲੱਦ ਲਿਆ, ਹਾਸਲ ਕਰ ਲਿਆ, ਉਹ ਸਮਝੋ ਸੱਚੇ ਵਪਾਰੀ ਹਨ ਤੇ ਉਹ ਜ਼ਿੰਦਗੀ ਦੀ ਬਾਜੀ ਨੂੰ ਸਫਲ ਸਕਾਰਥ ਬਣਾਉਂਦੇ ਨੇ। ਬਹੁਤਿਆਂ ਦੀ ਹਾਲਤ ਕੀ ਹੈ, ਤਿਹੀ ਗੁਣੀ ਸੰਸਾਰ ਭ੍ਰਮ ਸੁੱਤਾ, ਸੁੱਤਿਆਂ ਰਹਿਣ ਵਿਹਾਣੀ। ਮਾਇਆ ਦੇ ਤਿੰਨਾਂ ਰੂਪਾਂ 'ਚ ਕੋਈ ਅੱਤ ਦੀ ਤਾਮਸੀ ਬਿਰਤੀ, ਤ੍ਰਿਸ਼ਨਾਲੂ ਬਿਰਤੀ 'ਚ ਹੀ ਸੁੱਤਾ ਪਿਆ ਹੈ। ਦਿਨ ਰਾਤ ਬਸ ਮਾਇਆ ਮਨੋ ਨ ਵਿਸਰੈ, ਮੰਗੈ ਦਮਾ ਦਮ। ਕੋਈ ਰਾਜਨੀਤਿਕ ਹੇਰਾ ਫੇਰੀਆਂ ਦੇ ਵਿੱਚ ਲੱਗਿਆ ਪਿਆ ਹੈ, ਬਸ ਉਹ ਦਿਨ ਰਾਤ ਕਿਵੇਂ ਕੁਰਸੀ ਮਿਲੇ, ਕਿਵੇਂ ਅਹੁਦਾ ਮਿਲੇ, ਬਸ ਇਸੇ ਹੀ ਚੀਜ਼ ਦੇ ਵਿੱਚ ਉਹਦੀ ਸੋਚ ਅਟਕੀ ਪਈ ਹੈ। ਤੇ ਕੋਈ ਸ਼ਾਂਤ ਕੀ ਧਾਰਮਿਕ ਵਿਖਾਵਿਆਂ ਦੇ ਨਾਲ ਠੱਗੀਆਂ ਮਾਰਨ ਤੇ ਲੱਗਿਆ ਹੋਇਆ ਹੈ। ਤਿੰਨਾਂ ਦੀ ਬਿਰਤੀ ਮਾਇਆ ਦੀ ਬਿਰਤੀ ਹੈ। ਹਾਂ, ਤਰੀਕੇ ਤਿੰਨਾਂ ਦੇ ਵੱਖਰੇ ਵੱਖਰੇ ਨੇ। ਮਹਾਰਾਜ ਕਹਿੰਦੇ ਇਹ ਅਸਲ ਦੇ ਵਿੱਚ ਮਾਇਆ ਦਾ ਤ੍ਰੈਗੁਣੀ ਪ੍ਰਭਾਵ ਹੈ, ਜਿਹਦੇ 'ਚ ਸੁੱਤਿਆਂ ਰਹਿਣ ਵਿਹਾਣੀ। ਜੀਵਾਂ ਦੀ ਸੁੱਤਿਆਂ ਸੁੱਤਿਆਂ ਜ਼ਿੰਦਗੀ ਲੰਘ ਜਾਂਦੀ ਹੈ। ਸਾਰੀ ਜ਼ਿੰਦਗੀ ਮਾਇਆ ਦੀ ਨੀਂਦਰ 'ਚ ਸੁੱਤਿਆਂ ਹੀ ਜੀਵ ਲੰਘਾ ਦਿੰਦਾ ਹੈ। ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ੍ਹਾਂ ਹਰ ਮਨ ਵਸਿਆ, ਬੋਲੇ ਅੰਮ੍ਰਿਤ ਬਾਣੀ। ਜਾਗਦੇ ਕੌਣ ਨੇ ਇਸ ਮਾਇਆ ਦੀ ਨੀਂਦਰ ਤੋਂ? ਪਾਤਸ਼ਾਹ ਕਹਿੰਦੇ ਗੁਰ ਕਿਰਪਾ ਤੇ ਸੇ ਜਨ ਜਾਗੇ। ਗੁਰੂ ਦੀ ਕਿਰਪਾ ਸਦਕਾ ਉਹ ਗੁਰਮੁਖ ਜਾਗ ਪੈਂਦੇ ਨੇ, ਜਿਨ੍ਹਾਂ ਹਰ ਮਨ ਵਸਿਆ, ਜਿਨ੍ਹਾਂ ਦੇ ਮਨ 'ਚ ਵਾਹਿਗੁਰੂ ਅਕਾਲ ਪੁਰਖ ਦਾ ਨਾਮ ਵਸਦਾ ਹੈ। ਜਿਹੜੇ ਗੁਰੂ ਦੇ ਗਿਆਨ ਸ਼ਬਦ ਦੇ ਨਾਲ ਜੁੜਦੇ ਹਨ। ਸਿਮਰ ਸਿਮਰ ਗੁਰ ਸਤਿਗੁਰ ਆਪਣਾ, ਸੋਇਆ ਮਨ ਜਾਗਾਈ। ਗੁਰੂ ਨੂੰ ਸਿਮਰ ਕੇ ਜਾਗ ਗੁਰੂ ਸਾਨੂੰ ਰੋਜ਼ ਜਗਾਉਂਦੇ ਨੇ। ਕਹਿੰਦੇ ਜਾਗ ਲਿਹੋ ਰੇ ਮਨਾ ਜਾਗ ਲਿਹੋ, ਕਹਾਂ ਗਾਫਲ ਸੋਇਆ, ਜੋ ਤਨ ਉਪਜਿਆ ਸੰਗ ਤੇ ਸੋਪੀ ਸੰਗ ਨਾ ਹੋਇਆ। ਕਬੀਰ ਸੂਤਾ ਕਿਆ ਕਰੈ, ਬੈਠਾ ਰੋ ਅਰ ਜਾਗ, ਜਾ ਕੇ ਸੰਗ ਤੇ ਵਿਚਰਾ
ਕਹੰ ਕੇ ਸੰਗ। ਗੁਰੂ ਵੇਖੋ ਰੋਜ਼ ਸਾਨੂੰ ਸ਼ਬਦ ਦੀ ਠੋਕਰ ਮਾਰ ਕੇ ਜਗਾਉਂਦੇ ਹਨ ਕਿ ਕਿਸੇ ਨਾ ਕਿਸੇ ਤਰ੍ਹਾਂ ਅਸੀਂ ਮਾਇਆ ਦੀ ਗਫਲਤ ਦੀ ਨੀਂਦਰ 'ਚ ਸੁੱਤੇ ਹੋਏ ਜਾਗੀਏ। ਤੇ ਜਿਹੜੇ ਜਾਗਦੇ ਨੇ ਫਿਰ ਮਹਾਰਾਜ ਕਹਿੰਦੇ ਬੋਲੇ ਅੰਮ੍ਰਿਤ ਬਾਣੀ। ਉਹਨਾਂ ਦੇ ਬੋਲ ਅੰਮ੍ਰਿਤ ਵਰਗੇ ਬੋਲ ਬਣਦੇ, ਉਹਨਾਂ ਦੇ ਬੋਲ ਜੋੜਨ ਵਾਲੇ ਬੋਲ ਬਣਦੇ ਹਨ, ਉਹਨਾਂ ਦੇ ਬੋਲ ਸੰਸਾਰ ਦੇ ਭਲੇ ਵਾਲੇ ਬੋਲ ਬਣਦੇ ਹਨ। ਉਹਨਾਂ ਦੇ ਬੋਲਾਂ ਚੋਂ ਹੀ ਹਮੇਸ਼ਾ ਇਹ ਪੁਕਾਰ ਦੁਆ ਨਿਕਲਦੀ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਅਖੀਰ 'ਚ ਫਿਰ ਮਹਾਰਾਜ ਕਹਿੰਦੇ ਕਹੈ ਨਾਨਕ ਸੋ ਤਤ ਪਾਏ, ਜਿਸ ਨੂੰ ਅਨ ਦਿਨ ਹਰ ਲਿਵ ਲਾਗੈ, ਜਾਗਤ ਰਹਿਣ ਵਿਹਾਣੀ। ਕਿਉਂਕਿ ਤਤ ਤੱਕ ਪਹੁੰਚਣਾ ਜੀਵਨ ਦਾ ਮਨੋਰਥ ਹੈ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਤਤ ਕੀ ਹੈ? ਪਰਮਾਤਮਾ। ਸੱਚ ਕੀ ਹੈ? ਪਰਮਾਤਮਾ। ਮੰਜ਼ਿਲ ਕੀ ਹੈ? ਪਰਮਾਤਮਾ। ਤੇ ਸੁੱਤਿਆਂ ਉਸ ਮੰਜ਼ਿਲ ਤੱਕ ਪਹੁੰਚ ਨਹੀਂ ਸਕਦੇ। ਮੰਜ਼ਿਲ ਤੱਕ ਪਹੁੰਚਣ ਦੇ ਲਈ ਜਾਗਣਾ ਜ਼ਰੂਰੀ ਹੈ ਤੇ ਗੁਰੂ ਦੀ ਕਿਰਪਾ ਸਦਕਾ ਮਨੁੱਖ ਜਾਗਦਾ ਹੈ। ਜਿਨ੍ਹਾਂ ਤੇ ਗੁਰੂ ਨੇ ਕਿਰਪਾ ਕੀਤੀ ਉਹ ਦਿਨ ਰਾਤ ਜਾਗਦਿਆਂ ਸੁਚੇਤ ਹੋ ਕੇ ਜੀਵਨ ਬਤੀਤ ਕਰਦਾ ਹੈ, ਜਾਗਤ ਰਹਿਣ ਵਿਹਾਣੀ। ਤੇ ਪਾਤਸ਼ਾਹ ਕਹਿੰਦੇ ਕਹੈ ਨਾਨਕ ਸੋ ਤਤ ਪਾਏ, ਉਹਨੂੰ ਤਤ ਵੀ ਪ੍ਰਾਪਤ ਹੋ ਜਾਂਦਾ ਹੈ, ਭਾਵ ਉਹ ਉਸ ਮੰਜ਼ਿਲ ਤੇ ਪਹੁੰਚ ਜਾਂਦਾ ਹੈ ਜਿਹੜੀ ਮੰਜ਼ਿਲ ਤੇ ਪਹੁੰਚਣਾ ਇਸ ਜੀਵਨ ਦਾ ਮਨੋਰਥ ਹੈ, ਜੀਵਨ ਦਾ ਮਕਸਦ ਹੈ। ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਸਤਿਗੁਰੂ ਮਿਹਰ ਕਰਨ ਤਤ ਦੇ ਨਾਲ ਜੁੜੀਏ। ਤੇ ਤਤ ਦੇ ਨਾਲ ਜੁੜਿਆ ਜਾ ਸਕਦਾ ਹੈ ਤਾਂ ਜੇ ਆਪਾਂ ਗੁਰੂ ਨਾਲ ਜੁੜਦੇ ਹਾਂ, ਗੁਰੂ ਕੇ ਗਿਆਨ ਉਪਦੇਸ਼ ਸ਼ਬਦ ਦੇ ਨਾਲ, ਬਾਣੀ ਦੇ ਨਾਲ ਜੁੜਦੇ ਹਾਂ। ਤੇ ਪਾਤਸ਼ਾਹ ਜੀ ਨੇ ਇਹ ਹੁਕਮ ਵੀ ਕੀਤਾ ਹੈ ਕਿ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ। ਸੱਚੀ ਬਾਣੀ ਜੀਵਨ ਦਾ ਆਧਾਰ ਬਣੇ, ਜੀਵਨ ਸਫਲ ਹੋਵੇ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਵਿਚਾਰਾਂ ਕਰਦਿਆਂ ਹੋਈਆਂ ਪੁੱਲਾਂ ਨਾ ਚਿਤਾਰਨੀਆਂ। ਬਹੁਤ ਸਤਿਕਾਰਯੋਗ ਮਾਤਾ ਤ੍ਰਿਪਤਾ ਜੀ ਚੈਰੀਟੇਬਲ ਟਰਸਟ ਵਾਲੇ ਗੁਰਮੁਖ ਪਿਆਰੇ ਪਹੁੰਚ ਚੁੱਕੇ ਹਨ।